ਜੀ अस्सलाम वालेकुम सर। मैं ना साढ़े भाई ने यकीन करो इन्होंने बड़ी मुहब्बत है डॉक्टर साहब ने तो पत्थरी के इलाज वास्ते ना इन्होंने को स्पैशल टाइम लिया है और बड़ी मुश्किल ना लिया है क्योंकि इन्होंने को टाइम नहीं होंदा। तो अज मैं स्पैशल इन्होंने कहा कि मैं डॉक्टर साहब थोड़ा जिहा टाइम दिओ अपने साढ़े जिहड़े जानने वाले ने साढ़े जिहड़े जनाब मेरी देखने वाले ने भैन भरा जिहड़े बाहर तकरीबन जनाब मेरी बरूने मुल्क ने उन्होंने बेचारियों वास्ते इन्ना मसला होंदा है कि भाई ये पत्थरी का जिहड़ा इशू है वो रहा है तो तकरीबन अजकल तो इस तरह हो गया कि तुसीं मिनरल वाटर भी पीवो तां भी हो जाती। तो अज डॉक्टर साहब नाल जनाब मेरी डायरैक्ट तुहाडा जनाब मेरी रबता कराने नाले इन्हां कोल नंबर लैने एड्रैस भी लैने ते नाले तुहानूं जनाब मेरी इहदे फायदे दसने कि भी बगैर ऑपरेशन तो बगैर कट तो बगैर तकलीफ तो ये जनाब मेरी इलाज करन दे और सस्ता तरीन करन दे अज तुहानूं जनाब मेरी इन्हां नाल मुलाकात कराने। तो जी डॉक्टर साहब अस्सलाम वालेकुम। वालेकुम सलाम जी। सर क्या हाल है, ठीक हो? अल्लाह खैरियत है सर। बड़ी नवाजिश तुसीं सानूं जनाब मेरी कोई थोड़ा जिहा टाइम 5 मिनट जनाब मेरी साडे जानने वाले वास्ते। जी जी जी। तो डॉक्टर साहब सब तो पहले तो दसो भी इहदा जनाब मेरे जिहड़ा तुहाडे कोल मशीनां भी लगियां ने ते वो भी दसने ते इहदा की फायदा की जे? अच्छा सर असी बेसिकली इलाज करने गुर्दे जी मसाना ठीक है ते जिहड़ी नाली पेशाब वाली हुंदी जिहड़ी गुर्दे तो पेशाब लैके मसाने जांदी है हाँ जी ਉਹਦੇ ਚ ਕਿਸੇ ਵੀ ਜਗ੍ਹਾ ਤੇ ਪੱਥਰੀ ਅਗਰ ਡਾਇਗਨੋਜ਼ ਹੋ ਜਾਂਦੀ ਹੈ ठीक है ਸਾਡਾ ਜਿਹੜਾ ਤਰੀਕਾ ਇਲਾਜ ਹੈ जी ਅਸੀਂ ਬਗੈਰ ਆਪਰੇਸ਼ਨ ਤੋਂ अच्छा जी ਬਗੈਰ ਕਿਸੇ ਦਵਾਈ ਤੋਂ माशाल्लाह। ਬਗੈਰ ਹਸਪਤਾਲ ਦਾਖਲ ਕੀਤੇ देखो जनाब मेरी यकीन करो कि यार पहली दफा मैं सुनदा जे पिया बगरना ते तुहानूं पता है कि डॉक्टर जदों काबू कर लेंदे ने बंदे नूं ते किन्ना जी 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 अच्छा ਇਹ ਤੁਹਾਨੂੰ ਮੈਂ ਥੋੜਾ ਜਿਹਾ ਬੈਕਗ੍ਰਾਉਂਡ ਚ ਲੈ ਕੇ ਜਾਣਾ। ਮੈਂ 2018 ਦੇ ਵਿੱਚ ਗਿਆ ਦੁਬਈ ठीक है ਕਿਸੇ माशाल्लाह। ਦੋਸਤ ਨਾਲ ਵਿਜ਼ਿਟ ਤੇ ਗਿਆ जी जी तो ਮੇਰੇ ਇੱਕ ਦੋਸਤ ਨੂੰ ਨਾ ਕਿਡਨੀ ਚ ਪੇਨ ਸ਼ੁਰੂ ਹੋ ਗਈ ਉੱਥੇ ਤੇ ਉਹ ਮੈਨੂੰ ਵੀ ਕਹਿੰਦੇ ਡਾਕਟਰ ਸਾਹਿਬ ਤੁਸੀਂ ਵੀ ਡਾਕਟਰ ਆਓ ਜ਼ਰਾ ਸਾਡੇ ਨਾਲ ਚਲੋ ਹਸਪਤਾਲ। अच्छा उन्होंने ये पता नहीं सी ਉਹਨਾਂ ਨੂੰ ਮੈਨੂੰ ਵੀ ਉਸ ਟਾਈਮ ਤੱਕ ਨਹੀਂ ਸੀ ਪਤਾ ਜੀ, ਜੀ। ਕਿ ਲਿਥੋਟ੍ਰਿਪਸੀ ਕੀ ਹੁੰਦੀ ਹੈ। ਕੀ ਹੁੰਦੀ ਹੈ 2018 ਦੀ ਗੱਲ ਹੈ 2018 ਮਾਰਚ ਦੀ ਗੱਲ ਹੈ। ठीक है ਲੋ ਜੀ ਮੈਂ ਉਹਦੇ ਨਾਲ ਚਲਾ ਗਿਆ। ठीक है ਪਹਿਲੀ ਗੱਲ ਤੇ ਇਹ ਕਿ ਸਾਨੂੰ ਉਹਨਾਂ ਨੇ ਹਸਪਤਾਲ ਦੇ ਅੰਦਰ ਐਂਟਰ ਕੋਈ ਨਾ ਹੁੰਦਾ ਮਰੀਜ਼ ਤੋਂ ਇਲਾਵਾ ਹਾਂ। ਉਹਨਾਂ ਕਾ ਵੇਟਿੰਗ ਏਰੀਆ 'ਚ ਬਹਿ ਜਾਓ जी जी ਜਾਂ ਤੁਸੀਂ ਡਾਕਟਰ ਹੋ ਜੋ ਵੀ ਹੋ ਇੱਥੇ ਉਹ ਸਿਸਟਮ ਪਾਕਿਸਤਾਨ ਨਾਲ कोई नहीं जी ਅੱਛਾ ਉਹ ਅੰਦਰ ਗਿਆ ਕੋਈ ਅੱਧੇ ਘੰਟੇ ਬਾਅਦ ਆ ਗਿਆ। ठीक है ਮੈਨੂੰ ਕਹਿੰਦਾ ਮੈਨੂੰ ਇੱਕ ਜਗ੍ਹਾ ਤੋਂ ਲਟਾ ਕੇ ਨਾ ਟਕ ਟਕ ਦੀ ਆਵਾਜ਼ ਆਈ ਸੀ। जी ਉਹ ਕਹਿੰਦਾ ਤੇਰੀ ਪੱਥਰੀ ਸਾਨੂੰ ਤੋੜ ਦਿੱਤੀ ਹੈ ਸਵੇਰ ਤੱਕ ਨਿਕਲ ਜਾਏਗੀ। निकल जाएगी ਮੈਂ अच्छा ਖੁਦ ਹੈਰਾਨ ਹੋ ਗਿਆ। ਮੈਂ ਕਿਹਾ अब ये ਯਾਰ केड़ा तरीका है? ਨਾ ਇਹਨਾਂ ਨੇ ਤੁਹਾਨੂੰ ਦਾਖਲ ਕੀਤਾ ਹੈ ਨਾ ਤੁਹਾਡਾ ਆਪਰੇਸ਼ਨ ਕੀਤਾ ਹੈ हाँ जी ਇਹ ਕਿਸ ਤਰ੍ਹਾਂ ਨਿਕਲੇਗੀ। निकले गया ਲੋ ਜੀ ਉਹ ਤੇ ਅਸੀਂ ਵਾਪਸ ਰਾਤ ਦੇ 2-3 ਵਜੇ ਆ ਕੇ ਸੋ ਗਏ। ਸਵੇਰ ਅਸੀਂ ਉੱਠੇ ਨਾ ਤੇ ਮੈਨੂੰ ਕਹਿੰਦਾ ਜੀ ਮੈਂ ਯੂਰਨ ਕੀਤਾ ਤੇ ਮੇਰੀ ਪੱਥਰੀ ਰੇਤ ਬਣ ਕੇ ਨਿਕਲ ਰਹੀ ਹੈ। ਮੈਂ ਹੈਰਾਨ ਤੁਸੀਂ ਉਹ ਦੇਖ ਕੇ ਹੈਰਾਨ ਰਹਿ ਮੈਂ ਹੈਰਾਨ ਹੋ ਗਿਆ ਕਿ ਯਾਰ ਇਹ ਕੀ ਤਰੀਕਾ ਕਾਰ ਹੈ। ਜਿਹੜਾ ਸਾਡੇ ਮੁਲਕ 20 ਸਾਲ ਹੋ ਗਏ ਮੈਡੀਕਲ ਦੇ ਵਿੱਚ ਜੀ ਮੈਂ ਪ੍ਰੋਸੀਜਰ ਨੂੰ ਅਜੇ ਤੱਕ ਨਹੀਂ ਸਮਝ ਸਕਿਆ ਨਹੀਂ ਦੇਖਿਆ ਕੀ ਹੈ। ਜੀ ਅੱਛਾ ਜੀ ਬਹਰਹਾਲ ਮੈਂ ਉਹਨੂੰ ਕਿਹਾ ਯਾਰ ਤੂੰ ਮੈਨੂੰ ਆਪਣੀ ਉਹ ਫਾਈਲ ਤੇ ਦਿਖਾ। ਆ ਮੈਂ ਉਹਨੇ ਉਹ ਪਰਚੀ ਦਿਖਾਈ ਉਹਦੇ ਤੇ ਲਿਖਿਆ ਸੀ ESWL ਠੀਕ ਹੈ ਠੀਕ ESWL ਇਲੈਕਟ੍ਰੋ ਸ਼ਾਕ ਵੇਵ ਲਿਥੋਟ੍ਰਿਪਸੀ ਇਹਦਾ ਮੁਹੱਫਫ ਹੈ। ਠੀਕ ਹੈ ਜੀ ਠੀਕ ਹੈ ਜਿਹੜਾ ਉਹਨਾਂ ਨੇ ਉੱਥੇ ਕੀਤਾ ਠੀਕ ਹੈ। ਅੱਛਾ ਜੀ ਉਹ ਸ਼ਾਮ ਤੱਕ ਉਹਨੇ ਕਿਹਾ ਜੀ ਮੇਰੀ ਸਾਰੀ ਸਟੋਨ ਨਿਕਲ ਗਈ ਮੇਰੇ ਦਰਦ ਨੂੰ ਆਰਾਮ ਆ ਗਿਆ। ਆਰਾਮ ਆ ਗਿਆ ਮੈਂ ਨਾ ਉਹ ਗੱਲ ਮੇਰੇ ਜ਼ਿਹਨ 'ਚ ਬਹਿ ਗਈ। ਮੈਂ ਕਿਹਾ ਵੀ ਦਿੱਲਾ ਪਾਕਿਸਤਾਨ ਜਾ ਕੇ ਮੈਂ ਇਹਦੇ ਬਾਰੇ ਚ ਜ਼ਰੂਰ ਸੋਚਾਂਗਾ ਔਰ ਕਿ ਕੀ ਚੀਜ਼ ਹੈ ਲੋਕਾਂ ਨੂੰ ਫਾਇਦਾ ਦੇਣਾ ਹੈ ਬਿਲਕੁਲ ਜੀ ਫਾਇਦਾ ਦੇਣਾ ਮੁਲਕ 'ਚ ਆਪਣੇ ਇਲਾਕੇ 'ਚ ਆਪਣੇ ਪਿੰਡ ਦੇ ਲੋਕਾਂ ਨੂੰ। ਮੈਂ ਬੇਸਿਕਲੀ ਐਕਸ-ਰੇ ਟੈਕਨੀਸ਼ੀਅਨ ਤੇ ਸੀਟੀ ਸਕੈਨ ਟੈਕਨੀਸ਼ੀਅਨ ਸਾਡੇ ਕੋਲ ਅਕਸਰ ਮਰੀਜ਼ ਆਉਂਦੇ ਨੇ ਜਿਨ੍ਹਾਂ ਦੇ ਸਟੋਨ ਨਿਕਲਦੇ ਨੇ ਹਾਂਜੀ ਤੇ ਜ਼ਾਹਿਰ ਉਹ ਸਰਜਨ ਕੋਲ ਜਾਂਦੇ ਨੇ ਉਹ ਕੱਟ ਲਾ ਦਿੰਦੇ ਨੇ ਉਹ ਕੈਮਰੇ ਵਾਲਾ ਕਰਨ ਆਪਰੇਸ਼ਨ ਸਾਰੇ ਆਪਰੇਸ਼ਨ ਹੀ ਨੇ। ਠੀਕ ਹੈ ਜੀ ਠੀਕ ਹੈ। ਮੈਂ ਆ ਕੇ ਜਨਾਬ ਤੇ ਆਪਣੇ ਮੁਲਕ ਵਿੱਚ ਸਰਚ ਕਰਨਾ ਸ਼ੁਰੂ ਕੀਤਾ। ਠੀਕ ਹੈ। ਤੇ ਸਾਡੇ ਮੁਲਕ ਦੇ ਵਿੱਚ ਸਵਾਏ ਵੱਡੇ ਵੱਡੇ ਸ਼ਹਿਰਾਂ ਚ ਕਰਾਚੀ ਹੋ ਗਿਆ ਲਾਹੌਰ ਹੋ ਗਿਆ ਮੇਨ ਜਿਹੜੇ ਮਲਤਾਨ ਤੇ ਇਸਲਾਮਾਬਾਦ ਇਸ ਤੋਂ ਇਲਾਵਾ ਇਹ ਮਸ਼ੀਨਾਂ ਕੋਈ ਨਹੀਂ ਸਨ ਕਿਸੇ ਕੋਲ ਕੋਈ ਨਹੀਂ ਸੀ ਛੋਟੇ ਸ਼ਹਿਰਾਂ 'ਚ ਨਹੀਂ ਸਨ ਜੀ ਹਾਂ ਤੇ ਬੰਦਿਆਂ 'ਚ ਕਨਸੈਪਟ ਵੀ ਨਹੀਂ ਸੀ ਬੰਦਿਆਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਕਿ ਵੀ ਇਸ ਤਰ੍ਹਾਂ ਵੀ ਹੋ ਜਾਂਦਾ। ਮੈਂ ਕੁਝ ਦੋਸਤਾਂ ਨਾਲ ਮਸ਼ਵਰਾ ਕੀਤਾ ਕੋਈ ਡਾਕਟਰ ਨਾਲ ਮਸ਼ਵਰਾ ਕੀਤਾ ਕੁਝ ਨੇ ਤਾਂ ਕਿਹਾ ਠੀਕ ਹੈ ਕੁਝ ਨੇ ਕਿਹਾ ਨਹੀਂ ਇਹਦਾ ਕੋਈ ਫਾਇਦਾ ਨਹੀਂ ਕੋਈ ਨਹੀਂ ਪੱਥਰੀ ਨਿਕਲਦੀ ਇਹ ਹੋ ਜਾਂਦਾ ਡਾਕਟਰ ਜ਼ਾਹਿਰ ਤੁਹਾਨੂੰ ਤਾਂ ਪਤਾ ਲੱਗ ਗਿਆ ਖਰਾਬੀ ਹੋ ਜਾਏਗੀ। ਜੀ ਹਾਂ ਬਹਰਹਾਲ ਜਿਸ ਤਰ੍ਹਾਂ ਜਿਸ ਤੇ ਕਰਕੇ ਨਾ ਮੈਂ ਇਹ ਆਖਿਆ ਕਿ ਇਹ ਰਿਸਕ ਲੈਣਾ ਹੀ ਲੈਣਾ। ਡਾਕਟਰ ਸਾਹਿਬ ਤੁਹਾਡੀ ਗੱਲ ਰੋਕਣ ਲਿਆ ਜਦੋਂ ਬੰਦਾ ਲਾਹੌਰ ਜਾਂ ਇਸਲਾਮਾਬਾਦ ਜਾਂ ਮਲਤਾਨ ਜਾਂ ਕਰਾਚੀ ਜਾਂਦਾ ਨਾ ਤੇ ਫਿਰ ਉਹਨੂੰ 2 ਲੱਖ 3 ਲੱਖ ਵੀ ਦਈਏ ਨਾ ਜਨਾਬ ਮੇਰੀ ਡਾਕਟਰ ਸਾਹਿਬ ਜਦੋਂ ਕਹਿੰਦੇ ਨੇ ਨਾ ਤੇ ਉਹ ਜਨਾਬ ਮੇਰੀ ਬੜੇ ਆਸਾਨੀ ਨਾਲ ਇੱਕ ਤੇ ਉਹਨੂੰ ਇਹ ਪਤਾ ਹੁੰਦਾ ਮੈਂ ਐਡੀ ਦੂਰ ਆਇਆ ਦੂਸਰਾ ਉਹ ਸਮਝਦਾ ਕਿ ਸ਼ਾਇਦ ਇਹ ਕੋਈ ਨਵਾਂ ਕੰਮ ਕਰਨ ਲੈ ਨੇ ਕਿ ਜਿਹੜਾ ਜਨਾਬ ਮੇਰੀ ਇੰਨੇ ਲੱਖ ਲੈ ਰਹੇ ਨੇ ਤੇ ਉਹ ਜਨਾਬ ਮੇਰੀ ਤੁਸੀਂ ਫਿਰ ਉਹਨੂੰ ਜਨਾਬ ਮੇਰੀ ਆਪਣੇ ਸ਼ਹਿਰ ਚ ਲੈ ਕੇ ਆਏ। ਸਰ ਅਸੀਂ ਉਦੋਂ 2018 ਚ ਮਸ਼ੀਨ ਲਗਾਈ ਜੀ ਅਸੀਂ ਬੰਦਿਆਂ ਨੂੰ ਦੱਸਿਆ ਡਾਕਟਰਾਂ ਨੂੰ ਦੱਸਿਆ ਜੀ ਇਹਦੇ ਚ ਤੁਹਾਨੂੰ ਇੱਕ ਬੜੀ ਮਜ਼ਾਕ ਦੀ ਗੱਲ ਦੱਸੀ ਕਿ ਅਕਸਰ ਸਾਡੇ ਡਾਕਟਰ ਸਾਹਿਬਾਨ ਨੂੰ ਇਹ ਨਹੀਂ ਸੀ ਪਤਾ ਕਿ ਇਹ ਕੀ ਚੀਜ਼ ਹੈ। ਡਾਕਟਰ ਸਾਹਿਬ ਪੁੱਛਿਆ ਯਾਰ ਮਸ਼ੀਨ ਤੁਸੀਂ ਲਾਈ ਕਰਦੀ ਕੀ
ਉਹਨਾਂ ਨੂੰ ਫਿਰ ਸਾਰਾ ਸਭ ਦੱਸਿਆ, ਫਿਰ ਮਰੀਜ਼ਾਂ ਨੂੰ ਮੁਤਮਿਨ ਕੀਤਾ। ਫਿਰ ਉਹ ਆਏ ਇੱਥੇ, ਫਿਰ ਸਾਡੇ ਕੋਲ ਪਹਿਲਾਂ ਜਿਜਕਦੇ ਹੀ ਮਰੀਜ਼ ਆਏ ਜੀ ਜੀ ਕਿ ਸ਼ਾਇਦ ਜੀ ਫਰਕ ਪਵੇ ਕਿ ਨਾ ਪਵੇ, ਨਿਕਲੇ ਕਿ ਨਾ ਨਿਕਲੇ। ਨਾ ਨਿਕਲੇ। ਅੱਛਾ, ਅਸੀਂ ਫਿਰ ਮਰੀਜ਼ਾਂ ਨੂੰ ਕਿਹਾ ਸ਼ੁਰੂ ਤੋਂ ਸਾਡੇ ਕੋਲ ਟ੍ਰਾਇਲ ਬੇਸ ਤੇ ਤੁਸੀਂ ਆ ਜਾਓ। ਠੀਕ ਹੈ, ਹਾਂ ਚੈੱਕ ਕਰੋ। ਇਹਦਾ ਤਰੀਕਾਕਾਰ ਇਹ ਹੁੰਦਾ ਜਨਾਬ ਜੀ ਜੀ ਕਿ ਇੱਕ ਅੱਧੇ ਘੰਟੇ ਦਾ ਸੈਸ਼ਨ ਹੁੰਦਾ ਹੈ। ਠੀਕ ਹੈ, ਇਹਦੇ ਕੋਈ ਸਾਈਡ ਇਫੈਕਟ ਨਹੀਂ, ਠੀਕ ਹੈ, ਕੋਈ ਨੁਕਸਾਨ ਦੇ ਵਿੱਚ ਸ਼ਵਾਵਾਂ ਇਸਤੇਮਾਲ ਨਹੀਂ ਹੁੰਦੀਆਂ। ਠੀਕ ਹੈ। ਸਾਊਂਡ ਵੇਵਸ, ਸੌਤੀ ਅਸਰਾਤ, ਆਵਾਜ਼ ਦੀ ਲਹਿਰ ਜਿਹੜੀ ਹੈ ਉਹ ਪੱਥਰੀ ਨੂੰ ਤੋੜਦੀ ਹੈ। ਠੀਕ ਹੈ, ਫਿਰ ਉਹ ਪਿਸ਼ਾਬ ਦੇ ਰਸਤੇ ਰਸਤੇ ਰੇਜ਼ਾ ਹੋ ਕੇ ਰੇਤ ਬਣ ਕੇ ਨਿਕਲ ਜਾਂਦੀ ਹੈ। ਠੀਕ ਹੈ, ਕੋਈ ਇਹਦਾ ਸਾਈਡ ਇਫੈਕਟ ਨਹੀਂ। ਡਾਕਟਰ ਸਾਹਿਬ ਕਿਸੇ ਵੀ ਜਗ੍ਹਾ ਗੁਰਦਾ ਮਸਾਨਾ ਤੇ ਗੁਰਦੇ ਦੇ ਵਿੱਚੋਂ ਜਿਹੜੀ ਨਾਲੀ ਪਿਸ਼ਾਬ ਲੈ ਕੇ ਮਸਾਨੇ ਜਾਂਦੀ ਹੈ ਉਹਦੇ ਵਿੱਚ ਅਸਲ ਉੱਥੇ ਜਾ ਕੇ ਜ਼ਿਆਦਾ ਉਹਦੇ ਵਿੱਚ ਜੀ ਕਿਸੇ ਵੀ ਜਗ੍ਹਾ ਤੇ ਸਟੋਨ ਹੋਵੇ। ਠੀਕ ਹੈ, ਉਹ ਤੁਸੀਂ ਜਨਾਬ ਮੇਰੀ ਉਹ ਅਸੀਂ ਇੱਥੇ ਫੋਕਸ ਕਰਕੇ ਅਸੀਂ ਉਹਦੇ ਤੇ ਜਿਹੜਾ ਟਾਰਗੇਟ ਕਰਕੇ ਅਸੀਂ ਉਹਨੂੰ ਤੋੜਨੇ ਆ। ਠੀਕ ਹੈ, ਸਾਡਾ ਰਿਜ਼ਲਟ ਅਲਹਮਦੁਲਿਲਾ 99.9% ਮਾਸ਼ਾਅੱਲਾ। ਠੀਕ ਹੈ ਜੀ ਯਾਰ 1% ਜਨਾਬ ਮੇਰੀ ਇਸ਼ਾਰੀਆ ਤੇ ਫਿਰ ਜਨਾਬ ਮੇਰੀ 100% ਅੱਲਾਹ ਤਾਲਾ ਦੀ ਜ਼ਾਤ ਨੇ ਵੀ ਕਰਨਾ ਹੁੰਦਾ ਹੈ। ਕੋਈ ਬੰਦੇ ਥੋੜੇ ਵੀ ਪੈ ਜਾਂਦੇ ਨੇ, ਯਾਰ ਸਾਡੀ ਅੱਧੀ ਨਿਕਲ ਗਈ, ਅੱਧੀ ਰਹਿ ਗਈ ਸੀ, ਹੁਣ ਕੀ ਕਰੀਏ। ਇਹ ਬਸ ਇਹ ਥੋੜਾ ਜਿਹਾ ਇਹਦੇ ਚ ਥੋੜਾ ਜਿਹਾ ਜੀ ਹੌਸਲਾ ਕਰਨਾ ਪੈਂਦਾ ਹੈ। ਜੀ ਹਾਂ, ਹਾਲਾਂਕਿ ਯਕੀਨ ਕਰੋ ਜ਼ਿੰਮੇਵਾਰੀ ਤੁਹਾਡੀ ਹੁੰਦੀ। ਜੀ ਜੀ ਬਿਲਕੁਲ, ਟੈਨਸ਼ਨ ਤੁਹਾਨੂੰ, ਜ਼ਿੰਮੇਵਾਰੀ ਵੀ ਸਾਡੀ ਹੁੰਦੀ ਹੈ। ਜੀ ਹਾਂ। ਫਿਰ ਵੱਡਿਆਂ ਸ਼ਹਿਰਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਇਹਦਾ ਤਰੀਕਾਕਾਰ ਕੀ ਹੈ ਕਿ ਉਹ ਪਰ ਸੈਸ਼ਨ ਦੇ ਹਿਸਾਬ ਨਾਲ ਚਾਰਜ ਕਰਦੇ ਨੇ। ਹਾਂਜੀ, ਯਾਨੀ ਲਾਹੌਰ ਦੇ ਵਿੱਚ ਇੱਕ ਬੜਾ 2 ਵਾਰੀ ਆਓ ਜਾਂ 10 ਵਾਰੀ ਆਓ। ਲਾਹੌਰ ਦੇ ਵਿੱਚ ਕਲਮਾ ਚੌਕ ਦੇ ਵਿੱਚ ਮੈਂ ਨਾਂ ਨਹੀਂ ਲਵਾਂਗਾ, ਇੱਕ ਬੜਾ ਵੱਡਾ ਸਪੈਸ਼ਲ ਹਸਪੀਟਲ ਹੈ। ਹਾਂਜੀ, ਉਹ ਪਰ ਸੈਸ਼ਨ ਦੇ ਹਿਸਾਬ ਨਾਲ ਪੈਸੇ ਲੈਂਦੇ, ਚਾਰਜ ਕਰਦੇ ਨੇ। ਹਾਂ, ਤਾਂ ਕਿੰਨੇ ਪੈਸੇ ਤੁਸੀਂ ਇੱਕ ਪਹਿਲੇ ਸੈਸ਼ਨ 'ਚ ਤਕਰੀਬਨ ਲੈਂਦੇ 70 ਤੋਂ 80 ਹਜ਼ਾਰ ਰੁਪਇਆ ਇੱਕ ਸੈਸ਼ਨ ਦਾ। ਅਕਬਰ, ਅੱਛਾ, ਠੀਕ ਹੈ। ਪਹਿਲੇ ਸੈਸ਼ਨ ਦੂਸਰੇ ਜਾਓਗੇ ਤੇ 40 50, ਤੀਸਰੇ ਜਾਓਗੇ ਤੇ 30 35, 5 ਵਾਰ ਜਾਣਾ ਕਿ ਤੁਹਾਨੂੰ ਪੈਗਾ ਤੇ ਰੁਪਇਆ 2-2.5 ਲੱਖ ਤੁਹਾਡਾ ਬੰਨੇ ਹੋ ਜਾਂਦਾ ਹੈ। ਡਾਕਟਰ ਸਾਹਿਬ ਇੱਕ ਹੋਰ ਵੀ ਹੈ ਕਿ ਜਿਹੜੇ ਬੰਦਿਆਂ ਨੂੰ ਇਹ ਪਤਾ ਹੁੰਦਾ ਨਾ ਕਿ ਪਰ ਸੈਸ਼ਨ ਪੈਸੇ ਲੈਣੇ ਨੇ, ਉਹ ਐਡੀ ਛੇਤੀ ਕੰਮ ਕਰਦਾ ਵੀ ਨਹੀਂ। ਉਹਨੂੰ ਪਤਾ ਹੈ ਕਿਉਂਕਿ ਜਿੰਨੀ ਦਫਾ ਆਵੇ ਤਾਂ ਪੈਸਾ ਦੇਦਾ, ਲੇਕਿਨ ਤੁਸੀਂ ਕਿਉਂਕਿ ਇੱਕੋ ਦਫਾ ਉਹਨਾਂ ਨੂੰ ਕਹਿਣਾ ਕਿ ਇੰਨੇ ਪੈਸੇ। ਸਰ ਅਸੀਂ ਜਦੋਂ ਇੱਥੇ ਸਟਾਰਟ ਕੀਤੀ ਨਾ ਗੁਜਰਾਤ ਦੇ ਵਿੱਚ ਜੀ, ਤੇ ਕਿਉਂਕਿ ਅਸੀਂ ਸਾਰਾ ਕਨਸੈਪਟ ਉੱਥੇ ਹੀ ਵੱਡੇ ਸ਼ਹਿਰਾਂ ਤੋਂ ਹੀ ਲਿਆ ਸੀ। ਬਈ ਉੱਥੇ ਕੀ ਕਰਦੇ ਨੇ, ਕੀ ਤਰੀਕਾਕਾਰ ਹੈ। ਮਸ਼ੀਨ ਵੀ ਅਸਾਂ ਲਈ। ਹਾਂਜੀ, ਕਰਾਚੀ ਤੋਂ ਪਹਿਲੇ ਮਸ਼ੀਨ ਮੰਗਾਈ। ਠੀਕ ਹੈ ਜੀ, ਕਰਾਚੀ ਤੋਂ ਮੰਗਾਈ। ਠੀਕ ਹੈ, ਅੱਛਾ। ਲੇਕਿਨ ਜਿਸ ਵੇਲੇ ਅਸੀਂ ਸਟਾਰਟ ਕਰਨਾ ਸ਼ੁਰੂ ਕੀਤਾ ਨਾ, ਦੇਖਿਆ ਯਾਰ ਇੱਕ ਤੇ ਇੱਥੇ ਕੰਮ ਹੈ ਨਵਾਂ ਜੀ, ਦੂਸਰੇ ਵੱਡੇ ਸ਼ਹਿਰ ਦੀਆਂ ਵੱਡੀਆਂ ਗੱਲਾਂ ਆ ਜਾ। ਮੈਂ ਇਹ ਕਨਸੈਪਟ ਗੁਜਰਾਤ ਦੇ ਵਿੱਚ ਇੱਕ ਤੇ ਮੈਨੂੰ ਮੇਰੇ ਸਿਰੇ ਗੱਲ ਇੱਕ ਸਭ ਤੋਂ ਪਹਿਲੇ ਮਸ਼ੀਨ ਮੈਂ ਲੈ ਕੇ ਆਇਆ 2018 ਦੇ ਵਿੱਚ। ਯਾਨੀ ਇਸ ਤੋਂ ਇਲਾਵਾ ਕਿਸੇ ਕੋਲੇ ਗੁਜਰਾਤ ਨੂੰ ਛੱਡ ਕੇ ਗੁਜਰਾਂਵਾਲਾ, ਸਿਆਲਕੋਟ, ਜੇਲਮ, ਮੰਡੀ ਬਹਾਵਲਦੀਨ, ਸਾਰਾ ਕਸ਼ਮੀਰ, ਕਿਸੇ ਕੋਲ ਵੀ ਮਸ਼ੀਨ ਨਹੀਂ ਸੀ ਹੈ। ਠੀਕ ਹੈ ਜੀ, ਜਿਹੜੀ ਹੈ ਡਾਕਟਰ ਸਾਹਿਬ ਜਨਾਬ ਮੇਰੀ ਲੈ ਕੇ। ਡਾਕਟਰ ਸਾਹਿਬ ਅਸੀਂ ਨਾ ਮਸ਼ੀਨ ਜ਼ਰਾ ਦੱਸਣ ਲੈ ਜੀ। ਇਹ ਜਨਾਬ ਸਾਡੀ ਮਸ਼ੀਨ ਹੈ। ਠੀਕ ਹੈ ਜੀ, ਸਿੰਪਲ ਜਿਹਾ ਸਾਦਾ ਜਿਹਾ ਸਿਸਟਮ ਹੈ। ਮਰੀਜ਼ ਨੇ ਇੰਜ ਹੀ ਲੇਟਣਾ ਹੈ ਕਿ ਜਿਸ ਤਰ੍ਹਾਂ ਉਹ ਅਲਟਰਾਸਾਊਂਡ ਜਾਂ ਸੀਟੀ ਸਕੈਨ ਜਾਂ ਐਕਸਰੇ ਵਾਸਤੇ ਲੇਟਦਾ ਹੈ। ਕੋਈ ਬੇਹੋਸ਼ੀ ਨਹੀਂ, ਕੋਈ ਪਰਦਾ ਨਹੀਂ। ਉਹਦੇ ਘਰ ਦੇ ਉਹਦੇ ਕੋਲ ਬੈਠੇ ਹੋਣ ਦੇ, ਮੋਬਾਈਲ ਤੇ ਗੱਪਾਂ ਲਾਏ ਸੁਣੇ, ਉਹ ਘਰਦਿਆਂ ਨਾਲ ਗੱਲਬਾਤ ਕਰੇ, ਘਰ ਦੇ ਉਹਦੇ ਕੋਲ ਬੈਠੇ ਹੋਣ, ਦੇਖ ਰਹੇ ਹੋਣ ਕਿ ਕੀ ਇਲਾਜ ਹੋ ਰਿਹਾ ਹੈ। ਬਈ ਕੋਈ ਇੱਕ ਹੁੰਦਾ ਨਾ ਕਿ ਡਰਦੇ ਨੇ ਮਰੀਜ਼, ਆਪਰੇਸ਼ਨ ਥੀਏਟਰ ਚ ਲੈ ਚੱਲੇ ਨੇ, ਪਤਾ ਨਹੀਂ ਕੀ ਹੋਣਾ ਹੈ, ਪਤਾ ਨਹੀਂ ਅੰਦਰ ਕੀ ਹੋ ਰਿਹਾ ਹੈ। ਬਾਹਰ ਬੰਦੇ ਬੈਠੇ ਬੜੇ ਖੌਫ ਚ ਹੁੰਦੇ ਨੇ ਜੀ ਕਿ ਬਈ ਅੰਦਰ ਪਤਾ ਨਹੀਂ ਕੀ ਕਰਦੇ ਨੇ। ਸਾਡਾ ਉਹ ਤਰੀਕਾਕਾਰ ਕੋਈ ਨਹੀਂ। ਠੀਕ ਹੈ, ਬਿਲਕੁਲ ਸਿੰਪਲ। ਮੈਂ ਤੇ ਤੁਹਾਨੂੰ ਦੱਸਾਂ ਕਿ ਆਮ ਤੌਰ ਤੇ ਪਿੰਡਾਂ ਜਿਹੜੇ ਮਿਲਦੇ ਉਹਨਾਂ ਨੂੰ ਮੈਂ ਕਹਿੰਦਾ ਯਾਰ ਸਾਡਾ ਜਿਹੜਾ ਨਾ ਤਰੀਕਾ ਇਲਾਜ ਨਾ ਦੇਸੀ ਤਰੀਕਾ ਇਲਾਜ ਹੈ, ਦੇਸੀ ਤਰੀਕੇ ਨਾਲ, ਕਿਉਂਕਿ ਅਸੀਂ ਲੋਕ ਦੇਸੀ ਆ ਨਾ। ਹਾਂ, ਕੋਈ ਲੱਕੀ ਛੁਪੀ, ਕੋਈ ਡੱਕੀ ਛੁਪੀ, ਕੋਈ ਐਸੀ ਗੱਲ ਨਹੀਂ, ਕੋਈ ਖੁਫੀਆ ਨਹੀਂ ਕਿ ਜੀ ਪਤਾ ਨਹੀਂ ਕਿਸ ਤਰ੍ਹਾਂ ਕੱਢਦੇ ਨੇ। ਹਾਂਜੀ, ਲੇਕਿਨ ਉਹ ਚੀਜ਼ ਕੋਈ ਨਹੀਂ ਜਿਹੜੇ ਕਹਿੰਦੇ ਨੇ ਕਿ ਉਹ ਇੱਕ ਬੰਦਾ ਉਂਗਲ ਨਾਲ ਆਪਰੇਸ਼ਨ ਕਰ ਦਿੰਦਾ, ਉਹ ਕੰਮ ਨਹੀਂ ਹੈ। ਨਹੀਂ, ਉਹ ਤੇ ਫਰਾਡ ਹੈ ਡਾਕਟਰ ਸਾਹਿਬ, ਟੋਟਲ ਫਰਾਡ ਹੈ। ਲੋਕਾਂ ਨੂੰ ਪਤਾ ਵੀ ਹੋਣਾ ਚਾਹੀਦਾ। ਜੀ ਬਿਲਕੁਲ, ਸਾਡਾ ਉਹ ਤਰੀਕਾਕਾਰ ਕੋਈ ਨਹੀਂ। ਅਸੀਂ ਅੱਲਾ ਦੀ ਮਿਹਰਬਾਨੀ ਨਾਲ ਰਿਜ਼ਲਟ ਦਿੰਦੇ ਆ। ਠੀਕ ਹੈ ਜੀ, ਸਹੀ ਹੈ। ਤੇ ਮਰੀਜ਼ ਸਾਡੇ ਤੋਂ ਬੇਹੱਦ ਮੁਤਮਿਨ ਨੇ। ਇਸ ਤਰ੍ਹਾਂ ਮੁਤਮਿਨ ਨੇ ਕਿ ਤੁਹਾਨੂੰ ਮੈਂ ਦੱਸ ਦਿਆਂ ਕਿ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਦੂਜਿਆਂ ਮੁਲਕਾਂ ਤੋਂ ਬੁਲਾ ਕੇ। ਠੀਕ ਹੈ, ਮਾਸ਼ਾਅੱਲਾ। ਕੁਝ ਸਾਡੇ ਕੋਲ ਐਸੇ ਮਰੀਜ਼ ਆਏ ਨੇ ਜਿਨ੍ਹਾਂ ਨੂੰ ਡਾਕਟਰ ਨੇ ਦਾਖਲ ਕੀਤਾ ਕਿ ਰਾਤੀ ਤੁਹਾਡਾ ਆਪਰੇਸ਼ਨ ਹੈ, ਲੇਕਿਨ ਉਹਨੂੰ ਕਿਸੇ ਜ਼ਰੀਏ ਪਤਾ ਚੱਲ ਗਿਆ ਔਰ ਉਹ ਆਪਣਾ ਬਿਸਤਰਾ ਵੀ ਤੇ ਐਡਵਾਂਸ ਪੈਸੇ ਵੀ ਛੱਡ ਕੇ ਤੇ ਨਸ ਆਏ ਨੇ। ਉਹ ਕਹਿੰਦੇ ਨੇ ਕਿ ਬੜਾ ਹੀ ਆਸਾਨ ਹੈ ਨਾ ਸਾਰੇ। ਇਹਦੇ ਵਿੱਚ ਵੇਖੋ ਸਭ ਤੋਂ ਜ਼ਿਆਦਾ ਫਾਇਦਾ ਹੈ ਕਿ ਤੁਹਾਡਾ ਕੱਟ ਕੋਈ ਨਹੀਂ ਲੱਗਣਾ, ਤਕਲੀਫ ਕੋਈ ਨਹੀਂ, ਬੇਹੋਸ਼ੀ ਕੋਈ ਨਹੀਂ, ਦਾਖਲ ਨਹੀਂ ਹੋਣਾ। ਤਕਲੀਫ ਤੁਹਾਨੂੰ ਇੱਥੋਂ ਵਾਜ਼ਿਹ ਕਰਦੀ ਹੈ ਕਿ ਮਰੀਜ਼ ਸਾਹਮਣੇ ਲੇਟੇ ਹੈ ਨਾ ਜੀ, ਅਗਰ ਉਹਨੂੰ ਤਕਲੀਫ ਹੋਵੇਗੀ ਤਾਂ ਉਹ ਕਹੇਗਾ ਭਾਈ ਬੰਦ ਕਰ ਦਿਓ, ਮੈਨੂੰ ਉਠਾ ਦਿਓ। ਬੇਹੋਸ਼ੀ ਅਸੀਂ ਕੀਤਾ ਕੋਈ ਨਹੀਂ, ਉਹ ਦੱਸੇਗਾ ਤੁਹਾਨੂੰ। ਹਾਂ, ਉਹ ਤਾਂ ਉੱਠ ਸਕਦਾ। ਇਹ ਅਸਲ ਬੁਨਿਆਦੀ ਜਿਹੜੀ ਚੀਜ਼ ਹੈ। ਬਗੈਰ ਆਪਰੇਸ਼ਨ ਤੋਂ ਅਗਰ ਤੁਹਾਡਾ ਹੁਣ ਦੇ ਦੌਰ 'ਚ ਕੰਮ ਹੋ ਜਾਏ ਤੇ ਮੇਰੇ ਖਿਆਲ ਤੁਹਾਨੂੰ ਉਹ ਬਾਰੇ ਯਕੀਨ ਕਰੋ ਡਾਕਟਰ ਸਾਹਿਬ, ਮੈਂ ਨਾ ਤੁਹਾਡੀ ਗੱਲ ਰੋਕਣ ਲਿਆ। ਅਗਲੇ ਦਿਨ ਮੈਂ ਹੀ ਇੱਕ ਡਾਕਟਰ ਸਾਹਿਬ ਨਾਲ ਰਾਬਤਾ ਕੀਤਾ ਮਲਤਾਨ
ਅੱਖ ਵਾਸਤੇ, ਤੇ ਉਹ ਉੱਥੇ ਜਨਾਬ ਮੇਰੀ 70,000 ਰੁਪਇਆ ਮੇਰੇ ਕੋਲ ਕਹਿ ਰਿਹਾ ਕਿ ਵੀ ਇੱਕ ਅੱਖ ਦਾ 70,000 ਰੁਪਇਆ ਮੈਂ ਲਵਾਂਗਾ ਤੇ 5 ਮਿੰਟ 'ਚ ਸਹੀ ਕਰ ਦੇਗਾ। ਲੇਕਿਨ ਉਹ ਮੈਂ ਉਹਦਾ ਚੁੱਕ ਦੇਖ ਲਿਆ ਕਿ ਵੀ ਇਹ ਕੋਈ ਨਹੀਂ ਇਸ ਤਰ੍ਹਾਂ, ਯਾਨੀ ਮੈਂ ਮਲਤਾਨ ਜਾ ਕੇ 70,000 ਦੇ ਦੇਣਾ, ਅਗਰ ਮੈਂ ਗੁਜਰਾਤ ਮੇਰੇ ਕੋਲ 20,000 ਚ ਹੋ ਰਿਹਾ ਤੇ ਮੈਂ ਨਹੀਂ ਦੇ ਰਿਹਾ, ਮੈਂ ਕਿਉਂਕਿ ਮਲਤਾਨ ਤੇ ਮੁਤਮਿਨ ਵੱਡਾ ਸ਼ਹਿਰ ਹੈ, ਪਤਾ ਨਹੀਂ ਉੱਥੇ ਗੱਲ ਕੀ, ਹਾਲਾਂਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਠੀਕ ਹੈ ਜੀ। ਤੇ ਡਾਕਟਰ ਸਾਹਿਬ ਤੁਸੀਂ ਆਪਣਾ ਤੁਹਾਡੀ ਨਾ ਗੱਲਬਾਤ, ਅਸੀਂ ਇਨਸ਼ਾਅੱਲਾ ਦੁਬਾਰਾ ਵੀ ਡਾਕਟਰ ਸਾਹਿਬ ਨਾਲ ਰਾਬਤਾ ਰੱਖਾਂਗੇ ਤੁਹਾਡੇ ਵਾਸਤੇ, ਜਿੰਨਾ ਤੁਸੀਂ ਜਨਾਬ ਮੇਰੇ ਅੱਗੇ ਸ਼ੇਅਰ ਕਰੋਗੇ ਜਾਂ ਸਾਡੇ ਚਾਹਣ ਵਾਲੇ, ਅਸੀਂ ਇਨਸ਼ਾਅੱਲਾ ਦੁਬਾਰਾ ਫਿਰ ਇੰਟਰਵਿਊ ਲਵਾਂਗੇ ਔਰ ਜਿਹੜੀਆਂ ਤੁਹਾਡੇ ਸਵਾਲ ਹੋਏ ਉਹ ਵੀ ਡਾਕਟਰ ਸਾਹਿਬ ਕੋਲ ਪੁੱਛਾਂਗੇ। ਡਾਕਟਰ ਸਾਹਿਬ ਕਿੰਨਾ ਯਾਨੀ 2018 ਤੋਂ ਲੈ ਕੇ ਤੁਹਾਡਾ ਤਕਰੀਬਨ 6-7 ਸਾਲ ਦਾ ਜਨਾਬ ਤਜਰਬਾ ਹੈ। ਹੁਣ ਤੱਕ ਸਾਡੇ ਕੋਲ ਹਜ਼ਾਰਾਂ ਦੀ ਤਾਦਾਦ ਚ, ਹਜ਼ਾਰਾਂ ਦੀ ਤਾਦਾਦ ਚ ਲੋਕ ਮਰੀਜ਼ ਇਲਾਜ ਕਰਵਾ ਚੁੱਕੇ ਨੇ ਔਰ ਮੁਤਮਿਨ ਨੇ ਦੁਬਾਰਾ ਕੋਈ ਉਹਨਾਂ ਨੂੰ ਤਕਲੀਫ ਨਹੀਂ ਹੋਇਆ। ਮੈਂ ਆਪਣਾ ਨੰਬਰ ਵੀ ਦੇ ਦਿਆਂਗਾ, ਠੀਕ ਹੈ, ਤੇ ਮੈਂ ਮੇਰਾ YouTube ਦਾ ਚੈਨਲ ਹੈ, ਮੈਂ ਉਹਦਾ ਲਿੰਕ ਵੀ ਇਹਨਾਂ ਨੂੰ ਦੇ ਦਿਆਂਗਾ, ਠੀਕ ਹੈ। ਤੁਸੀਂ ਉੱਥੇ ਜਾ ਕੇ ਮਰੀਜ਼ਾਂ ਦੇ ਇੰਟਰਵਿਊ ਸੁਣੋ, ਖੁਦ ਮਰੀਜ਼ਾਂ ਨੇ ਇੰਟਰਵਿਊ ਦਿੱਤੇ ਨੇ ਜਿਹੜੇ ਸਾਡੇ ਕੋਲ ਸ਼ਿਫਾਯਾਬ ਹੋਏ ਨੇ, ਠੀਕ ਹੈ ਜੀ। ਉਹਨਾਂ ਮਰੀਜ਼ਾਂ ਨੇ ਆਪਣੇ ਨੰਬਰ ਵੀ ਸ਼ੋਅ ਕੀਤੇ ਨੇ ਕਿ ਕਿਸੇ ਨੂੰ ਕੋਈ ਸ਼ੱਕ ਹੋਵੇ ਉਹ ਸਾਡੇ ਨਾਲ ਡਾਇਰੈਕਟ ਆ ਕੇ ਮਿਲ ਸਕਦਾ ਹੈ, ਸਾਡੇ ਨਾਲ ਰਾਬਤਾ ਕਰਕੇ ਸਾਡੇ ਕੋਲ ਪੁੱਛ ਸਕਦਾ ਹੈ, ਹਾਂ ਵੀ ਤੁਸੀਂ ਉੱਥੇ ਗਏ ਹੋ ਤਾਂ ਕੋਈ ਦਾ ਫਾਇਦਾ ਵੀ ਹੈ ਜਾਂ ਨਹੀਂ। ਫਿਰ ਜਿਹੜੀ ਅਸਾਂ ਇੱਕ ਸਕੀਮ ਰੱਖੀ ਹੈ ਸਭ ਤੋਂ ਜਿਹੜੀ ਮਰੀਜ਼ਾਂ ਵਾਸਤੇ ਵੇ, ਵੇਖੋ ਜੀ, ਅਗਰ ਤੁਸੀਂ ਸਾਡੇ ਕੋਲ ਲਿਥੋਟ੍ਰਿਪਸੀ ਦਾ ਇਲਾਜ ਕਰਾਉਂਦੇ ਹੋ, ਜਿਸਮਾਨੀ ਨੁਕਸਾਨ ਤੇ ਤੁਹਾਡਾ ਕੋਈ ਨਹੀਂ ਕਿਸੇ ਕਿਸਮ, ਕਿਉਂਕਿ ਨਾ ਕੱਟ ਨਾ ਟਾਂਕਾ ਨਾ ਕੋਈ ਖੂਨ ਕੁਛ ਹੈ ਨਹੀਂ, ਇੱਕ ਗੋਲੀ ਤੱਕ ਵੀ ਤੁਹਾਨੂੰ ਨਹੀਂ ਖਵਾਣੀ। ਹਾਂ ਅੱਛਾ, ਇਹਦੇ ਚ ਇਹ ਹੁੰਦਾ ਹੈ ਅਗਰ ਤੁਹਾਡੀ ਪੱਥਰੀ ਨਹੀਂ ਨਿਕਲਦੀ ਜੀ, ਅਸੀਂ ਭਾਈਜਾਨ ਤੁਹਾਡੇ ਕੋਲ 1 ਰੁਪਈਆ ਵੀ ਨਹੀਂ ਲੈਣ ਲੱਗੇ। ਅੱਲਾਹੁ ਅਕਬਰ। ਦੇਖੋ ਯਕੀਨ ਕਰੋ ਇਤਨੀ ਬੜੀ ਆਫਰ ਤੁਸੀਂ ਸੋਚ ਵੀ ਨਹੀਂ ਸਕਦੇ। ਨਾ ਤੁਹਾਡੀ ਜੇਬ ਦਾ ਨੁਕਸਾਨ ਹੋਇਆ ਜੀ, ਤੇ ਨਾ ਤੁਹਾਡੇ ਜਿਸਮ ਦਾ ਨੁਕਸਾਨ ਹੋਇਆ। ਫਿਰ ਤੁਹਾਡੇ ਕੋਲ ਸੈਕੰਡ ਆਪਸ਼ਨ ਬਚ ਗਿਆ ਕਿ ਤੁਸੀਂ ਹੁਣ ਬੇਸ਼ੱਕ ਆਪਰੇਸ਼ਨ ਕਰਾ ਲਓ, ਤੇ ਜੇ ਤੁਸੀਂ ਡਾਇਰੈਕਟ ਜਾ ਕੇ ਆਪਰੇਸ਼ਨ ਕਰਵਾ ਲਓ ਤੇ ਫਿਰ ਚੀਰਾ ਲੱਗ ਗਿਆ ਤੇ ਫਿਰ ਸੈਕੰਡ ਆਪਸ਼ਨ ਫਿਰ ਕੋਈ ਨਹੀਂ ਫਿਰ ਤੇ ਤੁਸੀਂ। ਤੇ ਮੈਂ ਤੁਹਾਨੂੰ ਦੱਸਣਾ ਪਿਆ ਕਿ ਸਾਡੇ ਕੋਲ ਮਰੀਜ਼ ਉਹ ਆਉਂਦੇ ਨੇ ਜਿਨ੍ਹਾਂ ਕੱਟ ਵਾਲਾ ਆਪਰੇਸ਼ਨ ਵੀ ਕਰਾ ਲਿਆ ਤੇ ਕਲੀਅਰ ਪੱਥਰੀ ਨਹੀਂ ਨਿਕਲੀ, ਪੱਥਰੀ ਅਜੇ ਵੀ ਵੇਚੀ ਹੈ। ਫਿਰ ਡਾਕਟਰ ਸਾਹਿਬਾਨ ਖੁਦ ਕਹਿੰਦੇ ਨਹੀਂ ਹੁਣ ਤੁਹਾਨੂੰ ਕੱਟ ਤੇ ਨਹੀਂ ਲੱਗ ਸਕਦਾ, ਫਲਾਣੀ ਜਗ੍ਹਾ ਤੇ ਜਾਓ ਤੇ ਉੱਥੇ ਜਾ ਕੇ ਸ਼ਵਾਵਾਂ ਲਵਾ ਲਓ। ਹਾਲਾਂਕਿ ਇਹ ਗੱਲ ਪਹਿਲੇ ਵੀ ਕਹਿ ਸਕਦੇ ਨੇ, ਲੇਕਿਨ ਆਪਣਾ ਉਹਨਾਂ ਨੇ ਦਿਹਾੜੀ ਲਾ ਲਈ ਸਾਰਾ। ਦੀ ਫੀਸ ਦੱਸੋ ਸਾਨੂੰ, ਲਾਦਾ ਦੱਸ ਦਿਓ ਸਰ। ਇਹਦੇ ਚ ਇਸ ਤਰ੍ਹਾਂ ਹੁੰਦਾ ਹੈ ਕਿ ਅਗਰ 10 mm ਦਾ ਸਟੋਨ ਹੈ ਜੀ ਤੇ 20 ਤੋਂ 25,000 ਜੀ, ਗੌਰ ਨਾਲ ਸੁਣ ਲਿਓ, ਠੀਕ ਹੈ ਜੀ। 10 mm ਦਾ 10 mm ਤੋਂ ਛੋਟਾ ਜਿਹੜਾ ਸਟੋਨ ਹੈ 20 ਤੋਂ 25,000, ਅਗਰ 15 ਤੋਂ 20 mm ਦਾ ਸਟੋਨ ਹੈ ਤੇ 40 ਤੋਂ 50,000, ਅਰਾਊਂਡ ਅਬਾਊਟ ਇੰਨਾ ਕੀ ਹੀ ਖਰਚਾ ਹੈ। ਫਿਰ ਕਈਆਂ ਮਰੀਜ਼ਾਂ ਨੂੰ 2 ਪੱਥਰੀਆਂ ਹੁੰਦੀਆਂ ਨੇ, ਕਈਆਂ ਨੂੰ ਦੋਨੋਂ ਸਾਈਡਾਂ ਤੇ ਇੱਕ ਪੱਥਰੀ ਹੁੰਦੀ ਹੈ, ਉਹ ਫਿਰ ਉਸ ਹਿਸਾਬ ਨਾਲ ਅਸੀਂ ਵੇਖ ਲੈਂਦੇ ਆ ਜੀ, ਮਰੀਜ਼ ਨਾਲ ਗੱਲਬਾਤ ਕਰ ਲੈਂਦੇ ਆ। ਤੁਸੀਂ ਕਹਿ ਸਕਦੇ ਹੋ ਕਿ 40 ਤੋਂ ਥੱਲੇ ਇਨਸ਼ਾਅੱਲਾ ਉਮੀਦ ਹੈ ਜਨਾਬ ਕਿ ਇਹ ਤਕਰੀਬਨ ਪੇਸ਼ੈਂਟ ਜਿਹੜਾ ਨਾ ਕਵਰ ਹੋ ਜਾਂਦਾ ਸਾਡਾ। ਤੇ ਸਾਰਿਆਂ ਦਾ ਇੱਕ ਹੀ ਰੇਟ ਹੈ ਜਾਂ ਕੋਈ ਲਾਦਾ ਕਿਡਨੀ ਦਾ ਜਾਂ ਦੂਸਰਾ ਤੁਸੀਂ ਜਿਹੜਾ ਨਹੀਂ, ਤਕਰੀਬਨ ਸਾਈਜ਼ ਦੇ ਹਿਸਾਬ ਤੇ ਹੁੰਦਾ ਹੈ, ਜਿੱਥੇ ਵੀ ਹੋਵੇ ਸਾਈਜ਼ ਦਾ ਹਿਸਾਬ ਹੁੰਦਾ ਹੈ, ਸਾਈਜ਼ ਦੇ ਹਿਸਾਬ ਤੇ ਅਸੀਂ ਉਹ ਤਕਰੀਬਨ ਅਸੀਂ ਚੱਲਦੇ ਹਾਂ। ਤਰੀਕਾ ਕਰ ਇਹਦਾ ਤੁਹਾਨੂੰ ਛੋਟਾ ਜਿਹਾ ਦੱਸ ਦਈਏ ਕਿ ਅੱਧੇ ਘੰਟੇ ਦਾ ਇੱਕ ਸੈਸ਼ਨ ਹੁੰਦਾ ਹੈ, ਠੀਕ ਹੈ। ਉਹ ਹਿਸਾਬ ਹੈ ਜਿੱਕ ਇੱਟਾਂ ਹੁੰਦੀਆਂ ਨੇ ਜੀ, ਇੱਕ ਪਿੱਲੀ ਇੱਟ ਹੁੰਦੀ ਹੈ, ਇੱਕ ਆਮ ਹੁੰਦੀ ਹੈ, ਇੱਕ ਖਿੰਗਰੀ ਹੁੰਦੀ ਹੈ। ਉਹਨੂੰ ਤੋੜਨ ਵਾਸਤੇ ਜਿਹੜੀ ਪਿੱਲੀ ਹੈ ਉਹਨੂੰ ਪਤਾ 1 ਸੱਟ ਮਾਰ ਟੁੱਟ ਜਾਣੀ, ਜਿਹੜੀ ਨਾਰਮਲ ਉਹਨੂੰ 2 ਲੱਗਣੀਆਂ ਨੇ ਤੇ ਜਿਹੜੀ ਖਿੰਗਰੀ ਹੈ ਉਹਨੂੰ 4 ਤੋਂ 5 ਲੱਗਣੀਆਂ ਨੇ, ਲੇਕਿਨ ਟੁੱਟਣਾ ਉਹਨਾਂ ਨੇ ਹੈ। ਉਹ ਇਸ ਵਾਸਤੇ ਜਦੋਂ ਮੈਂ ਸ਼ੁਰੂ ਕੀਤਾ ਤਾਂ ਮੈਂ ਕਿਹਾ ਯਾਰ ਮਰੀਜ਼ਾਂ ਨੂੰ ਇਹਦਾ ਫਾਇਦਾ ਦਈਏ ਜੀ। ਉਹ ਬੇਸ਼ੱਕ ਖਿੰਗਰੀ ਹੈ, ਬੇਸ਼ੱਕ ਪਿੱਲੀ ਹੈ ਤੇ ਬੇਸ਼ੱਕ ਨਾਰਮਲ ਇੱਟ ਹੈ, ਉਹਦਾ ਰੇਟ ਅਸੀਂ ਜਿਹੜੇ ਤੁਹਾਡੇ ਨਾਲ ਤੈਅ ਕਰ ਲੈਣਾ, ਅਸੀਂ ਪੈਸੇ ਤੁਹਾਡੇ ਕੋਲ ਉਹ ਹੀ ਲੈਣੇ ਨੇ, ਭਾਵੇਂ ਸਾਡਾ ਜਿੰਨਾ ਮਰਜ਼ੀ ਟਾਈਮ ਲੱਗੇ। 3 ਦੇ ਬਜਾਏ 5 ਜਾਂ 8 ਵੀ ਲੈਣੇ ਪੈ ਜਾਣ ਤੇ ਉਹਨਾਂ ਪੈਸਿਆਂ ਚ ਹੋਣ ਤੇ ਮੈਂ ਮਰੀਜ਼ਾਂ ਨੂੰ ਅਕਸਰ ਕਹਿੰਦਾ ਮੈਂ ਨਾ ਬੜੀ ਆਫਰ ਹੈ ਜੀ, ਅਗਰ ਤੁਹਾਡੇ ਸੈਸ਼ਨ ਵੱਧ ਗਏ ਤੇ ਆਉਣ ਜਾਣ ਦਾ ਕਿਰਾਇਆ ਦਾ ਖਰਚਾ ਤੁਸੀਂ ਬਰਦਾਸ਼ਤ ਕਰਨਾ ਹੈ। ਉਹ ਤੇ ਫਿਰ ਜ਼ਾਹਿਰ ਹੈ ਇੱਥੇ ਤੁਹਾਨੂੰ ਗਰਮੀ ਤੇ ਠੰਡੇ ਥਾਂ ਭਾਗ ਠੰਡਾ ਪਾਣੀ ਪਿਆਵਾਂਗੇ ਜੀ, ਸਰਦੀ ਹੈ ਤੇ ਚਾਹ ਵੀ ਪਿਆਵਾਂਗੇ, ਖਰਚਾ ਕੋਈ ਨਹੀਂ ਤੁਹਾਡਾ ਆਉਣ ਲੱਗਾ ਤੇ ਅਸੀਂ ਜਨਾਬ ਮੇਰੀ ਫ੍ਰੀ ਤੁਹਾਡਾ ਸਮਝ ਲਓ, ਉਹ ਬਾਕੀ ਤੁਹਾਡਾ ਸਾਰਾ ਕੰਮ ਜਿਹੜਾ ਉਹ ਫ੍ਰੀ ਹੈ। ਯਕੀਨ ਕਰੋ ਡਾਕਟਰ ਸਾਹਿਬ ਇਹ ਆਫਰ ਕੋਈ ਬੰਦਾ ਨਹੀਂ ਦਿੰਦਾ। ਇਲਾਜ ਦੇ ਦੌਰਾਨ ਜੀ ਤੁਹਾਨੂੰ ਅਲਟਰਾਸਾਊਂਡ ਜੀ, ਐਕਸ-ਰੇ ਜੀ, ਕੋਈ ਖੂਨ ਪਿਸ਼ਾਬ ਦਾ ਟੈਸਟ ਤੱਕ ਸੀਟੀ ਸਕੈਨ ਤੱਕ ਵੀ ਕਰਾਉਣਾ ਪੈ ਜਾਏ ਜੀ, ਉਹ ਅਸੀਂ ਆਪਣੇ ਕੋਲ ਫ੍ਰੀ ਕਰਾਉਂਦੇ ਆ, ਅਸੀਂ ਮਰੀਜ਼ ਦਾ ਕੋਈ ਖਰਚਾ ਨਹੀਂ ਕਰਦੇ। ਤੁਸੀਂ ਤੇ ਸਾਰੇ ਇੰਟਰਵਿਊ ਦੇ ਵਿੱਚ ਮੁੱਲ ਹੀ ਲਈ ਜਾ ਰਹੇ ਹੋ। ਯਕੀਨ ਕਰੋ ਕਿ ਮੈਂ ਸੋਚ ਨਹੀਂ ਸਕਦਾ ਸੀ ਕਿ ਵੀ ਤੁਸੀਂ ਇੰਨੀਆਂ ਆਫਰਾਂ ਰੱਖੀਆਂ ਨੇ, ਇਹਨਾਂ ਦੇ ਤੇ ਲਾਦਾ ਸਾਡਾ ਇੰਟਰਵਿਊ ਬਣਦਾ ਸੀ ਸਰ। ਅਸੀਂ ਹਰ ਜਗ੍ਹਾ ਦੇ ਉੱਤੇ ਤੁਸੀਂ ਸੇਵ ਕਰ ਰਹੇ ਹੋ ਮਰੀਜ਼ ਨੂੰ ਸਰ। ਅਸੀਂ ਅੱਲਾਹ ਦੇ ਹੁਕਮ ਨਾਲ ਇਹ ਕੰਮ ਕਰਨੇ ਆ ਸ਼ੌਕ ਨਾਲ ਲੋਕਾਂ ਦੀ ਫਲਾਹ ਵਾਸਤੇ, ਫਾਇਦੇ ਵਾਸਤੇ ਜੀ। ਅਸੀਂ ਉਹ ਚੀਜ਼ ਨਹੀਂ ਕਿ ਬਈ ਆਇਆ ਮਰੀਜ਼ ਤੇ ਇਹਨੂੰ ਅਸੀਂ ਇਹਦੇ ਕੋਲ ਕਮਾਈ ਕਰ ਲਈਏ ਜਾਂ ਜਿਹੜੀ ਵੀ ਗੱਲਬਾਤ ਹੈ, ਠੀਕ ਹੈ ਜੀ। ਡਾਕਟਰ ਸਾਹਿਬ ਆਪਣਾ ਨੰਬਰ ਇੱਕ ਵਾਰੀ ਬੋਲ ਦਿਓ। ਮੇਰਾ ਜਿਹੜਾ ਨੰਬਰ ਹੈ ਉਹ 2 ਨੰਬਰ ਦੱਸਾਂਗਾ, ਦੋਵਾਂ ਤੇ WhatsApp ਵੀ ਚੱਲਦਾ ਹੈ, ਠੀਕ ਹੈ। 24 ਘੰਟੇ ਤੁਸੀਂ ਰਾਬਤਾ ਕਰ ਸਕਦੇ ਹੋ। ਸਹੀ ਹੈ। ਇੱਕ ਨੰਬਰ ਹੈ 0312
ठीक है 680 7699। लो जी एक नंबर है 0346 44 680 80 7699। 99 ਇਹ ਨੰਬਰ ਸਰ ਤੁਸੀਂ ਲਿਖ ਲਓ ਤਾਂ ਕਿ ਜਨਾਬ ਮੇਰੀ ਰਾਬਤਾ ਕਰਨਾ ਹੋਵੇ ਤੇ ਡਾਇਰੈਕਟ ਡਾਕਟਰ ਸਾਹਿਬ ਨਾਲ ਰਾਬਤਾ ਕਰੋ। ਅਗਰ ਤੁਸੀਂ ਬਰੂਨੇ ਮੁਲਕ ਹੋ ਜਾਂ ਅੰਦਰੂਨੇ ਹੋ, ਡਾਕਟਰ ਸਾਹਿਬ ਨਾਲ ਪਹਿਲਾਂ ਰਾਬਤਾ ਕਰਕੇ ਤੇ ਫਿਰ ਤੁਸੀਂ ਟਾਈਮ ਲੈ ਕੇ ਆਉਣਾ ਹੈ ਔਰ ਇਨਸ਼ਾਅੱਲਾ ਟਾਈਮ ਵੀ ਤੁਹਾਨੂੰ ਜਲਦੀ ਦੇਣ ਦੇ ਔਰ ਇਲਾਜ ਵੀ ਜਨਾਬ ਮੇਰੀ ਜਿਹੜਾ ਨਾ ਬਿਹਤਰੀਨ ਹੋਵੇਗਾ ਔਰ ਯਕੀਨ ਕਰੋ ਮਜ਼ਾ ਆ ਗਿਆ। ਤੇ ਦੁਆਵਾਂ ਯਾਦ ਰੱਖਣਾ। ਅਗਲੇ ਵਲੌਗ ਤੱਕ ਇਜਾਜ਼ਤ ਦਿਓ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਅੱਗੇ ਸ਼ੇਅਰ ਕਰਿਓ। ਠੀਕ ਹੈ ਜੀ, ਮਾਅ अस्सलाम।